ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਇਹ ਉਹ ਨਾਮ ਹੈ ਜਿਸ ਦੇ ਲਈ ਮੁਸ਼ਕਲਾਂ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ। ਗਰਦਸ਼ਾਂ ਦੇ ਬੱਦਲਾਂ ਨੇ ਸਰਦਾਰ ਬਿਕਰਮਜੀਤ ਸਿੰਘ ਦੇ ਮੁਕੱਦਰਾਂ ਨੂੰ ਘੇਰ ਕੇ ਰੱਖਿਆ ਹੋਇਆ ਹੈ। ਇਹ ਕਹਿਣ ਦੀ ਲੋੜ ਮੈਨੂੰ ਕਿਉਂ ਪੈ ਰਹੀ ਹੈ? ਪਹਿਲਾਂ ਐਸਟੀਐਫ ਦੀ ਰਿਪੋਰਟ ਦਾ ਜ਼ਿਕਰ, ਪੰਜਾਬ ਦੀ ਸਿਆਸਤ ਐਸਟੀਐਫ ਦੀ ਰਿਪੋਰਟ ਦੇ ਇਰਦ ਗਿਰਦ ਘੁੰਮਣਾ, ਵਿਧਾਨ ਸਭਾ ਦੇ ਵਿੱਚ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਆਮੋ ਸਾਹਮਣੇ ਹੋਣਾ, ਤੂ ਤੜਾਕ ਹੋਣਾ। ਉਸ ਤੋਂ ਬਾਅਦ ਵਾਰ-ਵਾਰ ਟਵਿੱਟਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਐਸਟੀਐਫ ਰਿਪੋਰਟ ਦਾ ਜ਼ਿਕਰ ਕਰਨਾ, ਪੰਜਾਬ ਦੇ ਡੀਜੀਪੀ ਨੂੰ ਬਦਲਣਾ ਤੇ ਉਸ ਤੋਂ ਬਾਅਦ ਜੋ ਐਸਟੀਐਫ ਦੀ ਰਿਪੋਰਟ ਦੇ ਵਿੱਚ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਜ਼ਿਕਰ ਸੀ ਉਸ ਨੂੰ ਪਰਚੇ ਦੀ ਸ਼ਕਲ ਦੇਣਾ, ਯਾਨੀ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ FIR ਦਰਜ ਕਰ ਦੇਣਾ। ਲੇਕਿਨ ਇੱਕ ਹੋਰ ਰਿਪੋਰਟ ਹੈ, ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਉਹ ਨਾਮ ਜਿਸ ਦੇ ਲਈ ਮੁਸ਼ਕਲਾਂ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ, ਉਹਨਾਂ ਦੇ ਖਿਲਾਫ ਇੱਕ ਹੋਰ ਰਿਪੋਰਟ ਜਿਸ ਦੀ ਐਕਸਕਲੂਸਿਵ ਕਾਪੀ ਰੋਜ਼ਾਨਾ ਸਪੋਕਸਮੈਨ ਦੇ ਹੱਥ ਲੱਗੀ ਹੈ, 9 ਪੰਨਿਆਂ ਦੀ ਰਿਪੋਰਟ ਹੈ। ਇਸ ਰਿਪੋਰਟ ਦਾ ਸ਼ੀਰਸ਼ਕ ਹੈ, ਟਾਈਟਲ ਹੈ ਅਲੈਜਡ ਨੈਕਸਸ ਬਿਟਵੀਨ ਪੋਲੀਟੀਸ਼ੀਅਨਸ ਐਂਡ ਗੈਂਗਸਟਰਸ ਤੇ ਪੋਲੀਟੀਸ਼ੀਅਨ ਦੇ ਵਿੱਚ ਜੋ ਆਪਸੀ ਤਾਲਮੇਲ ਹੈ, ਆਪਸੀ ਤਾਰ ਜੋ ਇੱਕ ਦੂਜੇ ਦੇ ਨਾਲ ਜੁੜਦੇ ਆ, ਜੋ ਤਾਲੁਕਾਤ ਪੋਲੀਟੀਸ਼ੀਅਨਸ, ਸਿਆਸਤਦਾਨਾਂ ਤੇ ਬਦਮਾਸ਼ਾਂ ਦੇ ਵਿਚਕਾਰ ਨੇ, ਉਹ ਇਸ ਰਿਪੋਰਟ ਦੇ ਵਿੱਚ, ਇਸ ਰਿਪੋਰਟ ਦੇ ਜ਼ਰੀਏ ਉਹਨਾਂ ਰਿਲੇਸ਼ਨਸ ਦੇ ਉੱਤੇ, ਉਹਨਾਂ ਤਾਲੁਕਾਤਾਂ ਦੇ ਉੱਤੇ, ਉਹਨਾਂ ਤਾਰਾਂ ਦੇ ਉੱਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਇੱਕ ਵੱਡਾ ਨਾਮ, ਇੱਕ ਵੱਡਾ ਸਿਆਸਤਦਾਨ ਜਿਸ ਦੇ ਲਈ ਮੁਸ਼ਕਲਾਂ ਅੱਗੇ ਹੀ ਵਧੀਆਂ ਹੋਈਆਂ ਨੇ, ਅੱਗੇ ਹੀ ਮੁਸ਼ਕਲਾਂ ਨੇ ਘੇਰਾ ਪਾਇਆ ਹੋਇਆ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੂੰ। ਇਸ ਰਿਪੋਰਟ ਦੇ ਵਿੱਚ ਫਿਰ ਉਹਨਾਂ ਦਾ ਜ਼ਿਕਰ ਹੈ। ਜ਼ਿਕਰ ਕੀ ਹੈ? ਜੱਗੂ ਭਗਵਾਨਪੁਰੀਆ, ਤੁਹਾਨੂੰ ਯਾਦ ਹੋਏਗਾ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਇਲਜ਼ਾਮ ਲਗਾਏ ਗਏ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ। ਇਲਜ਼ਾਮਾਂ ਦੇ ਵਿੱਚ ਕਿਹਾ ਗਿਆ ਸੀਗਾ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਜੋ ਕਨੈਕਸ਼ਨ ਹੈ, ਜੋ ਰਿਲੇਸ਼ਨ ਹੈ, ਉਹ ਜੱਗੂ ਭਗਵਾਨਪੁਰੀਆ ਦੇ ਨਾਲ ਹੈ। ਲੇਕਿਨ ਨਹੀਂ, ਇਹ ਜੋ ਰਿਪੋਰਟ ਹੈ ਉਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦੀ ਹੈ। ਉਸ ਤੋਂ ਬਾਅਦ ਸੀਐਮ, ਜੋ ਉਸ ਵੇਲੇ ਦੇ ਸੀਐਮ ਸੀ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਸੀਗੇ, ਉਹਨਾਂ ਨੇ ਖਾਸ ਤੌਰ ਤੇ ਜਾਂਚ ਵੀ ਕਰਵਾਈ ਸੀਗੀ। ਉਸ ਤੋਂ ਬਾਅਦ ਇਹ ਰਿਪੋਰਟ ਤਿਆਰ ਕੀਤੀ ਗਈ। ਸਾਬਕਾ IG ਕੁੰਵਰ ਵਿਜੇ ਪ੍ਰਤਾਪ, DIG ਸੁਰਜੀਤ ਸਿੰਘ ਤੇ AIG ਬਲੀਰਾਮ, ਉਹਨਾਂ ਨੇ ਇਹ ਰਿਪੋਰਟ ਤਿਆਰ ਕੀਤੀ ਤੇ ਇਸ ਰਿਪੋਰਟ ਦੇ ਵਿੱਚ ਅਹਿਮ ਖੁਲਾਸੇ ਕੀਤੇ ਕਿ ਕਿਸ ਤਰੀਕੇ ਦੇ ਨਾਲ 2010 ਦੇ ਵਿੱਚ ਜੱਗੂ ਭਗਵਾਨਪੁਰੀਆ, ਇਹ ਰਿਪੋਰਟ ਕਹਿੰਦੀ ਹੈ ਕਿ ਜੱਗੂ ਭਗਵਾਨਪੁਰੀਆ ਜੋ 2010 ਦੇ ਵਿੱਚ ਇੱਕ ਮਾਮੂਲੀ ਜਿਹਾ ਨਾਮ ਸੀਗਾ ਬਦਮਾਸ਼ੀ ਦੀ ਦੁਨੀਆ ਦੇ ਵਿੱਚ, ਉਹ ਨਾਮ ਕਿਸ ਤਰੀਕੇ ਦੇ ਨਾਲ ਬਦਮਾਸ਼ੀ ਦੀ ਦੁਨੀਆ ਦੇ ਵਿੱਚ ਸ਼ੌਹਰਤ ਬਟੋਰਦਾ ਗਿਆ, ਉਹ ਨਾਮ ਕਿਸ ਤਰੀਕੇ ਦੇ ਨਾਲ ਬਦਮਾਸ਼ੀ ਦੀ ਦੁਨੀਆ ਦੇ ਵਿੱਚ ਆਪਣਾ ਰੁਤਬਾ ਕਾਇਮ ਕਰਦਾ ਗਿਆ ਤੇ ਉਹ ਕਿਸ ਦੀ ਸ਼ੈ ਸੀਗੀ। ਉਸ ਵੇਲੇ ਗ੍ਰਹਿ ਮੰਤਰਾਲੇ ਜੋ ਸੀ, ਜੋ ਹੋਮਸ ਡਿਪਾਰਟਮੈਂਟ ਸੀਗਾ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲ ਸੀਗਾ। ਲੇਕਿਨ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ, ਉਹਨਾਂ ਦੀ ਸ਼ੈ ਦੇ ਉੱਤੇ ਜੱਗੂ ਭਗਵਾਨਪੁਰੀਆ, ਜਿਸ ਦੇ ਉੱਤੇ 2010 ਤੋਂ ਲੈ ਕੇ 2015 ਤੱਕ ਕੁੱਲ 32 FIRs ਦਰਜ ਹੋਈਆਂ, ਉਹ ਇੱਕ ਮਾਮੂਲੀ ਜਿਹਾ ਜੋ ਬਦਮਾਸ਼ ਸੀ, ਜੋ ਇਹ ਰਿਪੋਰਟ ਕਹਿੰਦੀ ਹੈ, ਉਹ 2010 ਤੋਂ ਲੈ ਕੇ ਹੁਣ ਤੱਕ ਇਸ ਤਰੀਕੇ ਦੇ ਨਾਲ ਇਸ ਕਦਰ ਆਪਣਾ ਨਾਮ ਬਦਮਾਸ਼ੀ ਦੀ ਦੁਨੀਆ ਦੇ ਵਿੱਚ ਬਣਾ ਚੁੱਕਿਆ ਹੈ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਉਸ ਨਾਮ ਦਾ ਹਾਲੇ ਤੱਕ ਖੌਫ ਹੈ। ਹੁਣ ਇਹ ਹੋਇਆ ਕਿਸ ਦੀ ਬਦੌਲਤ? ਇਸ ਰਿਪੋਰਟ ਦੇ ਮੁਤਾਬਕ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੀ ਸ਼ੈਅ ਦੇ ਉੱਤੇ ਜੱਗੂ ਭਗਵਾਨਪੁਰੀਆ ਨੇ ਉਹਨਾਂ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜੋ ਕਾਰਨਾਮੇ ਪੰਜਾਬ ਦੀ ਫਿਜ਼ਾ ਦੇ ਵਿੱਚ ਜ਼ਹਿਰ ਘੋਲਦੇ ਹੈ, ਜੋ ਕਾਰਨਾਮੇ ਪੰਜਾਬ ਦੀ ਸ਼ਾਂਤਮਈ ਢਾਂਚੇ ਨੂੰ ਖਰਾਬ ਕਰਦੇ ਹੈ। ਗ੍ਰਾਫਿਕਸ ਦੇ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੱਗੂ ਭਗਵਾਨਪੁਰੀਆ, ਜੋ ਇੱਕ ਮਾਮੂਲੀ ਨਾਮ ਸੀਗਾ ਬਦਮਾਸ਼ੀ ਦੀ ਦੁਨੀਆ ਦੇ ਵਿੱਚ, ਜੋ ਕਹਿੰਦੇ ਕਿ ਗਲੀਆਂ ਦੇ ਵਿੱਚ ਗੁੰਡਾਗਰਦੀ ਕਰਦਾ ਸੀਗਾ, ਜੋ ਲੁੱਟਾਂ ਖੋਹਾਂ ਵੀ ਕਰਦਾ ਸੀਗਾ, ਮਾਮੂਲੀਆਂ ਲੜਾਈਆਂ ਕਰਦਾ ਸੀ, ਉਹ ਇੱਕ ਵੱਡਾ ਨਾਮ ਕਿਸ ਤਰੀਕੇ ਦੇ ਨਾਲ ਬਣ ਗਿਆ। ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਗ੍ਰਾਫਿਕਸ ਦੇ ਨਾਲ ਤੁਹਾਨੂੰ ਤੇ ਆਵਾਜ਼ ਦੇ ਜ਼ਰੀਏ ਸਮਰਾਈਜ਼ ਤਰੀਕੇ ਦੇ ਨਾਲ। ਇਹ 9 ਪੰਨਿਆਂ ਦੀ ਜੋ ਰਿਪੋਰਟ ਹੈ ਜਿਸ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦਾ ਨਾਮ ਆਇਆ ਹੈ, ਇਸ ਰਿਪੋਰਟ ਨੂੰ ਸਮਰਾਈਜ਼ ਤਰੀਕੇ ਦੇ ਨਾਲ, ਪੁਆਇੰਟ ਦਰ ਪੁਆਇੰਟ, ਸਿਲਸਿਲੇਵਾਰ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਹਰਮਨਪ੍ਰਭ ਸ਼ਰਨਪ੍ਰੀਤ ਕੌਰ ਦੀ ਰਹੱਸਮਈ ਹਾਲਤ 'ਚ ਮੌਤ 10 ਅਪ੍ਰੈਲ 2019 ਦੀ ਰਾਤ ਨੂੰ ਪਿੰਡ ਭਗਵਾਨਪੁਰ 'ਚ ਹੋਈ ਸੀ। ਸੱਸ ਹਰਜੀਤ ਕੌਰ ਤੇ ਰਿਸ਼ਤੇਦਾਰਾਂ ਨੇ ਅੰਤਮ ਸੰਸਕਾਰ ਕੀਤਾ ਸੀ। ਉਦੋਂ ਦੱਸਿਆ ਗਿਆ ਸੀ ਕਿ ਹਰਮਨਪ੍ਰਭ ਸ਼ਰਨਪ੍ਰੀਤ ਕੌਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਸਤਨਾਮ ਸਿੰਘ ਉਰਫ ਸੱਤਾ ਵਾਸੀ ਖੇਡੋ ਬਾਂਗੜ ਫਤਿਹਗੜ੍ਹ ਚੂੜੀਆਂ ਬਟਾਲਾ ਦੀ 11 ਮਾਰਚ 2019 ਮਤਲਬ ਜੱਗੂ ਭਗਵਾਨਪੁਰੀਏ ਦੀ ਘਰਵਾਲੀ ਤੋਂ 1 ਮਹੀਨਾ ਪਹਿਲਾਂ ਮੌਤ ਹੋਈ ਸੀ। ਜੱਗੂ ਭਗਵਾਨਪੁਰੀਏ ਦੀ ਘਰਵਾਲੀ ਅਤੇ ਸਤਨਾਮ ਸਿੰਘ ਵਿਚਕਾਰ ਪ੍ਰੇਮ ਸੰਬੰਧ ਸਨ, ਜਿਸ ਦਾ ਪਤਾ ਜੱਗੂ ਭਗਵਾਨਪੁਰੀਏ ਨੂੰ ਲੱਗ ਗਿਆ। ਜੇਲ੍ਹ ਅੰਦਰ ਬੈਠਿਆਂ ਜੱਗੂ ਭਗਵਾਨਪੁਰੀਏ ਨੇ ਸੁਪਾਰੀ ਕਿਲਰ ਵਰਿੰਦਰ ਸਿੰਘ ਉਰਫ ਫਤਿਹ ਅਤੇ ਸ਼ੁਭਮ ਸਿੰਘ ਰਾਹੀਂ ਸਤਨਾਮ ਸਿੰਘ ਦਾ ਕਤਲ ਕਰਵਾ ਦਿੱਤਾ ਸੀ। ਜਿਸ ਸਮੇਂ ਇਹ ਦੋਵੇਂ ਵਾਰਦਾਤਾਂ ਵਾਪਰੀਆਂ ਉਸੇ ਸਮੇਂ ਜੱਗੂ ਭਗਵਾਨਪੁਰੀਏ ਨੂੰ ਰੋਪੜ ਤੋਂ ਅੰਮ੍ਰਿਤਸਰ ਜੇਲ੍ਹ ਸ਼ਿਫਟ ਕੀਤਾ ਗਿਆ ਸੀ। ਆਪਣੀ ਪਤਨੀ ਦੀ ਮੌਤ ਦੇ 1 ਹਫ਼ਤੇ ਮਗਰੋਂ ਹੀ ਭਗਵਾਨਪੁਰੀਏ ਨੂੰ ਦੁਬਾਰਾ ਰੋਪੜ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਸਤਨਾਮ ਸਿੰਘ ਦੀ ਹੱਤਿਆ ਕਰਨ ਮਗਰੋਂ ਉਸ ਦੀ ਲਾਸ਼ ਨੂੰ ਹਲਕਾ ਮਜੀਠਾ 'ਚ ਪੈਂਦੇ ਪਿੰਡ ਤ੍ਰੀਏਵਾਲ ਦੇ ਨਾਲੇ 'ਚ ਸੁੱਟ ਦਿੱਤਾ। ਜੱਗੂ ਭਗਵਾਨਪੁਰੀਏ ਨੇ ਜਾਣਬੁੱਝ ਕੇ ਲਾਸ਼ ਨੂੰ ਹਲਕਾ ਮਜੀਠਾ 'ਚ ਸੁੱਟਿਆ ਸੀ, ਕਿਉਂਕਿ ਉਸ ਦੇ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਕਰਮਜੀਤ ਸਿੰਘ ਮਜੀਠੀਆ ਨਾਲ ਵਧੀਆ ਸੰਬੰਧ ਸਨ। ਕਿਸੇ ਗੰਭੀਰ ਪੁਲਿਸ ਕਾਰਵਾਈ ਜਾਂ ਜਾਂਚ ਤੋਂ ਬਚਣ ਲਈ ਭਗਵਾਨਪੁਰੀਏ ਨੂੰ ਵਿਕਰਮ ਮਜੀਠੀਏ ਨਾਲ ਦੋਸਤੀ ਨਾਲ ਲਾਭ ਵੀ ਮਿਲਿਆ। ਰਿਪੋਰਟ 'ਚ ਦੱਸਿਆ ਗਿਆ ਕਿ ਆਪਣੀ ਘਰਵਾਲੀ ਦੀ ਬੇਵਫਾਈ ਕਾਰਨ ਜੱਗੂ ਭਗਵਾਨਪੁਰੀਏ ਨੇ ਪਤਨੀ ਅਤੇ ਸਤਨਾਮ ਸਿੰਘ ਦਾ ਕਤਲ ਕਰਵਾਇਆ ਸੀ। ਜੱਗੂ ਭਗਵਾਨਪੁਰੀਆ ਪਹਿਲਾਂ ਗਲੀ ਮੁਹੱਲੇ ਦਾ ਗੁੰਡਾ ਸੀ। ਸਾਲ 2010 ਤੋਂ ਬਾਅਦ ਜਦੋਂ ਸੁਖਬੀਰ ਬਾਦਲ ਗ੍ਰਹਿ ਮੰਤਰੀ ਬਣੇ ਤਾਂ ਵਿਕਰਮ ਸਿੰਘ ਮਜੀਠੀਏ ਦੀ ਪਾਵਰ ਹੋਰ ਵੱਧ ਗਈ। ਭਗਵਾਨਪੁਰੀਏ ਨੂੰ ਮਜੀਠੀਏ ਨਾਲ ਨਜ਼ਦੀਕੀ ਸੰਬੰਧ ਦਾ ਫਾਇਦਾ ਮਿਲਿਆ ਅਤੇ ਅਗਲੇ ਕੁਝ ਸਾਲਾਂ 'ਚ ਉਸ ਦੀ ਬਦਮਾਸ਼ੀ ਤੇ ਖੌਫ ਦਾ ਦਾਇਰਾ ਹੋਰ ਵੱਧ ਗਿਆ ਅਤੇ ਪੰਜਾਬ ਦੇ ਟੌਪ ਗੈਂਗਸਟਰਾਂ 'ਚ ਨਾਂ ਬੋਲਣ ਲੱਗਿਆ। ਸਾਲ 2010 ਤੋਂ 2015 ਵਿਚਕਾਰ ਕਈ ਵੱਡੇ ਕਬੱਡੀ ਟੂਰਨਾਮੈਂਟ ਉਹਨਾਂ ਇਲਾਕਿਆਂ 'ਚ ਕਰਵਾਏ ਗਏ ਜਿੱਥੇ ਜੱਗੂ ਭਗਵਾਨਪੁਰੀਏ ਦੀ ਤੂਤੀ ਬੋਲਦੀ ਸੀ। ਇਸ ਦੌਰਾਨ ਵੱਡੇ ਪੱਧਰ ਤੇ ਵਿਦੇਸ਼ਾਂ 'ਚ ਮਨੁੱਖੀ ਅਤੇ ਨਸ਼ੇ ਦੀ ਤਸਕਰੀ ਕੀਤੀ ਗਈ। ਹਰਜਿੰਦਰ ਸਿੰਘ, ਜਿਸ ਦੇ ਖਿਲਾਫ ਵੱਖ-ਵੱਖ ਥਾਣਿਆਂ 'ਚ 12 ਮਾਮਲੇ ਦਰਜ ਹਨ, ਉਸਨੇ ਪੁੱਛਗਿੱਛ 'ਚ ਗੈਂਗਸਟਰ ਗੁਰਪ੍ਰੀਤ ਸੇਖੋਂ ਦਾ ਨਾਂ ਲਿਆ ਸੀ। ਸੇਖੋਂ ਦੀ ਪਤਨੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜੀ ਹੋਈ ਸੀ। ਵਿਕਰਮ ਮਜੀਠੀਆ ਦੇ ਕਈ ਹੋਰ ਗੈਂਗਸਟਰਾਂ ਅਤੇ ਅਪਰਾਧੀਆਂ ਨਾਲ ਵੀ ਸੰਬੰਧ ਰਹੇ ਸਨ। ਸੋਨੂ ਕਾਂਗਲਾ ਵਾਸੀ ਹਰੀਜਨ ਕਾਲੋਨੀ ਅੰਮ੍ਰਿਤਸਰ ਕਈ ਕਤਲ, ਕੰਟਰੈਕਟ ਕਿਲਿੰਗ ਸਮੇਤ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਮੁਲਜ਼ਮ ਹੈ। ਸੋਨੂ ਕਾਂਗਲਾ ਵੀ 2009 ਤੱਕ ਬਦਮਾਸ਼ੀ 'ਚ ਗਲੀ ਮੁਹੱਲੇ ਤੱਕ ਸੀਮਤ ਸੀ, ਪਰ ਵਿਕਰਮ ਮਜੀਠੀਆ ਨਾਲ ਨੇੜਤਾ ਤੋਂ ਬਾਅਦ ਉਹ ਵੱਡਾ ਗੈਂਗਸਟਰ ਬਣ ਗਿਆ। ਇਸੇ ਤਰ੍ਹਾਂ ਅਭਿਜੀਤ ਸਿੰਘ ਅਤੇ ਜਗਤਾਰ ਸਿੰਘ ਉਰਫ ਬਾਕਸਰ ਦੇ ਵੀ ਮਜੀਠੀਆ ਨਾਲ ਨੇੜਤਾ ਬਾਰੇ ਇਸ ਰਿਪੋਰਟ 'ਚ ਜ਼ਿਕਰ ਹਨ। ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜੱਗੂ ਭਗਵਾਨਪੁਰੀਏ ਦੀ ਜੋ ਪਤਨੀ ਸੀਗੀ ਉਹਨਾਂ ਦੇ ਸੰਬੰਧ ਬਣਦੇ ਹੈ ਸਤਨਾਮ ਸਿੰਘ ਉਰਫ ਸੱਤਾ ਦੇ ਨਾਲ, ਤੇ ਕਿਸ ਤਰੀਕੇ ਦੇ ਨਾਲ ਜੱਗੂ ਭਗਵਾਨਪੁਰੀਆ ਜੋ ਕਿ 2010 ਦੇ ਵਿੱਚ, ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਕਿ ਇੱਕ ਮਾਮੂਲੀ ਜਿਹਾ ਬਦਮਾਸ਼ ਸੀਗਾ, ਜੋ ਇਸ ਰਿਪੋਰਟ ਦੇ ਵਿੱਚ ਵਾਰ-ਵਾਰ ਦੱਸਿਆ ਗਿਆ ਕਿ 2010 ਦੇ ਵਿੱਚ ਜੋ ਇੱਕ ਸ਼ਖਸ ਇੱਕ ਮਾਮੂਲੀ ਬਦਮਾਸ਼ੀ ਕਰਦਾ ਸੀਗਾ, ਗਲੀਆਂ ਦੀਆਂ ਬਦਮਾਸ਼ੀਆਂ ਕਰਦਾ ਸੀਗਾ, ਲੁੱਟਾਂ ਖੋਹਾਂ ਕਰਦਾ ਸੀਗਾ, ਮਾਮੂਲੀ ਝਗੜੇ ਕਰਦਾ ਸੀਗਾ, ਉਸ ਨੂੰ ਇੱਕ ਸਿਆਸਤਦਾਨ ਦੀ ਸ਼ਹਿ ਜਦੋਂ ਨਸੀਬ ਹੁੰਦੀ ਹੈ ਤਾਂ ਉਹ ਜੋ ਜੱਗੂ ਭਗਵਾਨਪੁਰੀਆ ਕਿਸ ਤਰੀਕੇ ਦੇ ਨਾਲ ਪੂਰੀ ਬਦਮਾਸ਼ੀ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾ ਲੈਂਦਾ, ਕਿਸ ਤਰੀਕੇ ਦੇ ਨਾਲ ਬਦਮਾਸ਼ੀ ਦੀ ਦੁਨੀਆ ਦੇ ਵਿੱਚ ਉਹ ਸ਼ੌਹਰਤ ਬਟੋਰ ਲੈਂਦਾ ਹੈ। ਇੱਕ ਖਾਸ ਗੱਲ ਹੋਰ ਹੈ ਇਸ ਰਿਪੋਰਟ ਦੇ ਵਿੱਚ, ਜਿਸ ਤਰੀਕੇ ਦੇ ਨਾਲ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਇਲਜ਼ਾਮ ਲਗਾਏ ਸੀਗੇ ਕਿ ਉਹਨਾਂ ਦੇ ਜੋ ਸੰਬੰਧ ਨੇ ਉਹ ਜੱਗੂ ਭਗਵਾਨਪੁਰੀਆ ਦੇ ਨਾਲ ਨੇ। ਇਸ ਰਿਪੋਰਟ ਦੇ 7ਵੇਂ ਪੇਜ ਤੇ 8ਵੇਂ ਪੁਆਇੰਟ ਦੇ ਉੱਤੇ ਇਸ ਰਿਪੋਰਟ ਨੇ ਸਿਰੇ ਤੋਂ ਖਾਰਜ ਕੀਤਾ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਕੋਈ ਵੀ ਕਿਸੇ ਵੀ ਤਰੀਕਾ ਦਾ ਕੋਈ ਵੀ ਸੰਬੰਧ ਜੱਗੂ ਭਗਵਾਨਪੁਰੀਏ ਦੇ ਨਾਲ ਨਹੀਂ ਸੀਗਾ। ਇਹ ਰਿਪੋਰਟ ਸਾਫ਼ ਤੌਰ ਤੇ ਇਹ ਕਹਿੰਦੀ ਹੈ ਕਿ ਜੋ ਕਿ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਲਗਾ ਰਹੀ ਹੈ ਉਹ ਬੇਸਲੈਸ ਹੈ। ਉਹਨਾਂ ਦਾ ਜੱਗੂ ਭਗਵਾਨਪੁਰੀਆ ਜਾਂ ਜੱਗੂ ਭਗਵਾਨਪੁਰੀਆ ਦੇ ਨਜ਼ਦੀਕ ਹੋਰ ਜਿੰਨੇ ਕੁ ਲੋਕ ਆਂਦੇ ਜਾਂਦੇ ਆ ਉਹਨਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਦਾ ਕੋਈ ਲੈਣਾ ਦੇਣਾ ਨਹੀਂ ਹੈ, ਦੂਰ ਦੂਰ ਤੱਕ ਕੋਈ ਵੀ ਰਿਸ਼ਤਾ ਨਹੀਂ ਹੈ। ਜੱਗੂ ਭਗਵਾਨਪੁਰੀਆ 2010 ਤੋਂ ਲੈ ਕੇ 2015 ਤੱਕ, ਹੁਣ ਇਸ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਜੱਗੂ ਭਗਵਾਨਪੁਰੀਆ ਦੇ ਉੱਤੇ ਕਦੋਂ ਕਿਹੜੇ ਸਾਲ ਦੇ ਵਿੱਚ ਕਿੰਨੀਆਂ FIRs ਦਰਜ ਹੁੰਦੀਆਂ। 2010 ਦੇ ਵਿੱਚ ਜੱਗੂ ਭਗਵਾਨਪੁਰੀਆ ਦੇ ਉੱਤੇ ਕੁੱਲ 4 FIR ਦਰਜ ਸੀਗੀਆਂ। 6 FIR ਦਰਜ ਹੁੰਦੀਆਂ 2011 ਦੇ ਵਿੱਚ, 6 FIR ਦਰਜ ਹੁੰਦੀਆਂ 2012 ਦੇ ਵਿੱਚ ਤੇ 5 FIR ਦਰਜ ਹੁੰਦੀਆਂ 2013 ਦੇ ਵਿੱਚ, 17 FIR 2014 ਦੇ ਵਿੱਚ, 10 FIR ਜੋ ਦਰਜ ਹੁੰਦੀਆਂ ਉਹ 2015 ਦੇ ਵਿੱਚ। ਇਹ ਜੋ ਅਲੈਜਡ ਨੈਕਸਸ ਬਿਟਵੀਨ ਪੋਲੀਟੀਸ਼ੀਅਨਸ ਐਂਡ ਗੈਂਗਸਟਰਸ ਇਹ ਰਿਪੋਰਟ ਹੈ ਇਹ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਤਿਆਰ ਕੀਤੀ ਹੈ। ਉਹਨਾਂ ਦੇ ਨਾਲ ਸੁਰਜੀਤ ਸਿੰਘ ਜੋ ਕਿ DIG
ਤੇ ਬਲੀਰਾਮ ਜੋ ਕਿ AIG ਸੀਗੇ, ਉਹਨਾਂ ਨੇ ਮਿਲ ਕੇ ਰਿਪੋਰਟ ਤਿਆਰ ਕੀਤੀ ਸੀਗੀ। ਕੈਪਟਨ ਅਮਰਿੰਦਰ ਸਿੰਘ ਜੋ ਉਸ ਵੇਲੇ ਦੇ ਮੁੱਖ ਮੰਤਰੀ ਸੀਗੇ, ਉਹਨਾਂ ਦੇ ਨਿਰਦੇਸ਼ ਦਿੱਤੇ ਗਏ ਸੀਗੇ ਕਿ ਪਤਾ ਲਗਾਓ ਕਿ ਜੋ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਲਗਾਏ ਜਾ ਰਹੇ ਆ, ਉਹ ਧਰਾਤਲ ਤੇ ਜ਼ਮੀਨੀ ਹਕੀਕਤ ਕੀ ਹੈ ਉਹਨਾਂ ਦੀ, ਉਹ ਵਾਕਈ ਕਿਤੇ ਨਾ ਕਿਤੇ ਸਟੈਂਡ ਕਰਦੇ ਆ ਕਿ ਨਹੀਂ ਕਰਦੇ। ਉਸ ਤੋਂ ਬਾਅਦ ਇਹ ਰਿਪੋਰਟ ਤਿਆਰ ਹੁੰਦੀ ਹੈ। ਉਸ ਤੋਂ ਪਹਿਲਾਂ STF ਦੀ ਰਿਪੋਰਟ ਆਉਣਾ, ਉਸ ਤੋਂ ਬਾਅਦ STF ਦੀ ਰਿਪੋਰਟ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਜ਼ਿਕਰ ਹੋਣਾ। ਉਸ ਜ਼ਿਕਰ ਤੋਂ ਬਾਅਦ ਇਹ ਕਿਸ ਤਰੀਕੇ ਦੇ ਨਾਲ FIR ਹੋਈ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ, ਉਸ ਵਕਤ ਤੋਂ ਲੈ ਕੇ ਹੁਣ ਇਸ ਵਕਤ ਤੱਕ ਬਿਕਰਮਜੀਤ ਸਿੰਘ ਮਜੀਠੀਆ ਦਾ ਕੋਈ ਪਤਾ ਨਹੀਂ ਹੈ, ਕੋਈ ਟਿਕਾਣਾ ਨਹੀਂ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਤਮਾਮ ਲੀਡਰਸ਼ਿਪ ਵਾਰ-ਵਾਰ ਇਸ ਚੀਜ਼ ਦਾ ਜ਼ਿਕਰ ਕਰਦੀ ਆ। ਉਹ ਇਹੀ ਜਦੋਂ ਉਹਨਾਂ ਕੋਲੋਂ ਪੁੱਛਦੇ ਹਾਂ ਅਸੀਂ ਜਾ ਕੇ ਕਿ ਉਹ ਕਿੱਥੇ ਨੇ, ਉਹਨਾਂ ਦਾ ਕੋਈ ਐਡਰੈਸ, ਕਿੱਥੇ ਰਹਿ ਰਹੇ ਹੈ, ਕੀ ਕਰ ਰਹੇ ਹੈ, ਉਹ ਵਾਰ-ਵਾਰ ਇਹੀ ਕਹਿੰਦੇ ਆ ਕਿ ਤੁਸੀਂ ਜਾ ਕੇ ਮਜੀਠੀਆ ਸਾਹਿਬ ਨੂੰ ਉਹਨਾਂ ਦੇ ਹਲਕੇ ਦੇ ਵਿੱਚ ਮਿਲ ਸਕਦੇ ਹੋ। ਜਾਂ ਤਾਂ ਫਿਰ ਇਹ ਇੰਟੈਲੀਜੈਂਸ ਫੇਲੀਅਰ ਹੈ ਕਿ ਮਜੀਠੀਆ ਸਾਹਿਬ ਜੋ ਕਿ ਜਿਨ੍ਹਾਂ ਤੇ FIR ਹੋਈ ਹੈ ਉਹ ਇਨਵੈਸਟੀਗੇਸ਼ਨ ਦਾ ਫਿਲਹਾਲ ਹਿੱਸਾ ਨਹੀਂ ਬਣੇ। ਹਾਲਾਂਕਿ ਮੋਹਾਲੀ ਦੀ ਜੋ ਕੋਰਟ ਹੈ ਉਸਨੇ ਬੇਲ ਵੀ ਖਾਰਜ ਕਰਤੀ ਹੈ। ਅਗਾਊਂ ਜ਼ਮਾਨਤ ਦੇ ਲਈ ਜੋ ਮੋਹਾਲੀ ਕੋਰਟ ਦਾ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਰੁਖ ਕੀਤਾ ਸੀਗਾ, ਉੱਥੋਂ ਵੀ ਅਗਾਊਂ ਜ਼ਮਾਨਤ ਜੋ ਸੀਗੀ ਐਂਟੀਸਿਪੇਟਰੀ ਬੇਲ ਸੀਗੀ, ਉਸ ਨੂੰ ਖਾਰਜ ਕਰ ਦਿੱਤਾ ਗਿਆ। ਹੁਣ ਜਿਸ ਤਰੀਕੇ ਦੇ ਨਾਲ ਸਿਸਟਮ ਚੱਲਦਾ ਹੈ, ਹਾਈ ਕੋਰਟ ਵੱਲ ਦਾ ਰੁਖ ਕਰਨਗੇ। ਲੇਕਿਨ ਇਸ ਪੂਰੇ ਤਮਾਮ ਸਿਨੈਰੀਓ ਦੇ ਵਿੱਚ ਇਸ ਰਿਪੋਰਟ ਦਾ ਦੁਬਾਰਾ ਅਲੈਜਡ ਨੈਕਸਸ ਬਿਟਵੀਨ ਪੋਲੀਟੀਸ਼ੀਅਨ ਐਂਡ ਗੈਂਗਸਟਰ, ਇਸ ਰਿਪੋਰਟ ਦਾ ਦੁਬਾਰਾ ਸਾਹਮਣੇ ਆਉਣਾ, ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਬਿਆਨ ਆਉਣਾ ਕਿ ਇਹ ਜੋ ਰਿਪੋਰਟ ਸੀਗੀ ਉਹਨਾਂ ਨੂੰ ਨਹੀਂ ਪਤਾ ਕਿ ਹਾਲੇ ਤੱਕ ਇਸ ਨੂੰ ਸਾਹਮਣੇ ਕਿਉਂ ਨਹੀਂ ਲਿਆਇਆ ਗਿਆ। ਇੰਨੀ ਕਿ ਇੰਪੋਰਟੈਂਟ ਰਿਪੋਰਟ ਨੂੰ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਕਿ ਉਹ ਨਹੀਂ ਜਾਣਦੇ ਕਿ ਕਿਉਂ ਸਰਕਾਰ ਨੇ, ਮਤਲਬ ਸਰਕਾਰ ਇਸ ਦੇ ਉੱਤੇ ਬੈਠੀ ਹੋਈ ਸੀ, ਕਿਉਂ ਨਹੀਂ ਸਰਕਾਰ ਨੇ ਇਹ ਰਿਪੋਰਟ ਜੋ ਸੀਗੀ ਜਨਤਕ ਕੀਤੀ, ਲੋਕਾਂ ਦੇ ਸਾਹਮਣੇ ਕਿਉਂ ਨਹੀਂ ਲੈ ਕੇ ਆਏ। ਹਾਲਾਂਕਿ ਦਲਜੀਤ ਸਿੰਘ ਚੀਮਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ, ਉਹਨਾਂ ਨੇ ਕਿਹਾ ਹੈ ਕਿ ਜੋ ਅਫਸਰ IG ਕੁੰਵਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਜੋ ਹੈ ਉਹ ਬਾਇਸਡ ਹੈ, ਇੱਕ ਤਰਫਾ ਹੈ। ਇਹ ਦਲਜੀਤ ਸਿੰਘ ਚੀਮਾ ਦੇ ਵੱਲੋਂ ਦੋਸ਼ ਵੀ ਲਗਾਏ ਗਏ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਜੋ ਇਹ ਰਿਪੋਰਟ ਤੇ ਜੋ ਇਸ ਤੋਂ ਪਹਿਲਾਂ ਪੋਲੀਟੀਕਲ ਸਿਨੈਰੀਓ ਬਣੇ ਹੋਏ ਆ, ਜੋ ਹਾਲਾਤ ਪੰਜਾਬ ਦੀ ਸਿਆਸਤ ਦੇ ਵਿੱਚ ਬਣੇ ਹੋਏ ਆ, ਤੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਗਰਦਸ਼ਾਂ ਦੇ ਬੱਦਲ ਮੰਡਰਾ ਰਹੇ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਜੋ ਮੁਕੱਦਰ ਨੇ ਉਹ ਵਾਰ-ਵਾਰ ਉਹਨਾਂ ਨੂੰ ਮੁਸ਼ਕਲਾਂ ਦੇ ਘੇਰੇ ਦੇ ਵਿੱਚ ਲਿਆ ਕੇ ਖੜਾ ਕਰ ਦਿੰਦੇ ਨੇ। ਹੁਣ ਇਸ ਰਿਪੋਰਟ ਤੋਂ ਬਾਅਦ ਸਿਆਸੀ ਜੋ ਮਾਹੌਲ ਉਹ ਕਿਸ ਤਰੀਕੇ ਦੇ ਨਾਲ ਭਖਦਾ, ਕਿਸ ਤਰੀਕੇ ਦੇ ਨਾਲ ਹੋਰ ਚੁਣੌਤੀਆਂ, ਹੋਰ ਚੈਲੰਜਸ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦੇ ਲਈ ਖੜੇ ਹੁੰਦੇ ਆ। ਕਿਉਂਕਿ ਇਸ ਰਿਪੋਰਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਸਮਝਾਇਆ ਗ੍ਰਾਫਿਕਲੀ, ਤੇ ਜਿਸ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਸਮਰਾਈਜ਼ ਤਰੀਕੇ ਦੇ ਨਾਲ ਪੁਆਇੰਟ ਦਰ ਪੁਆਇੰਟ ਤੁਹਾਨੂੰ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਜੱਗੂ ਭਗਵਾਨਪੁਰੀਆ 2010 ਤੋਂ ਲੈ ਕੇ 2019 ਤੱਕ ਕਿਸ ਤਰੀਕੇ ਦੇ ਨਾਲ ਸਿਆਸਤਦਾਨਾਂ ਦੀ ਸ਼ਹਿ ਦੇ ਉੱਤੇ ਉਸਨੇ ਵੱਡੇ ਵੱਡੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ। ਇਸ ਰਿਪੋਰਟ ਨੇ ਉਹਨਾਂ ਪੂਰੇ ਕਾਰਨਾਮਿਆਂ ਦੇ ਉੱਤੇ ਰੌਸ਼ਨੀ ਪਾਈ ਹੈ ਤੇ ਉਸ ਦੇ ਵਿੱਚ ਇੱਕ ਵੱਡੇ ਸਿਆਸਤਦਾਨ ਦਾ ਜ਼ਿਕਰ ਹੋਣਾ, ਉਸ ਸਿਆਸਤਦਾਨ ਦਾ ਜ਼ਿਕਰ ਹੋਣਾ ਜਿਸ ਸਿਆਸਤਦਾਨ ਦੇ ਉੱਤੇ ਆਲਰੇਡੀ ਜੋ ਮੁਸ਼ਕਲਾਂ ਹੈਗੀਆਂ ਨੇ ਉਸ ਸਿਆਸਤਦਾਨ ਦਾ ਪਿੱਛਾ ਕਰਦੀਆਂ ਪਈਆਂ ਨੇ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦਾ। ਇਸ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਉਹਨਾਂ ਦਾ ਨਾਮ ਜਾ ਕੇ ਜੱਗੂ ਭਗਵਾਨਪੁਰੀਏ ਦੇ ਨਾਲ ਜੁੜਦਾ ਹੈ। ਹੋਰ ਵੀ ਤਮਾਮ ਜਾਣਕਾਰੀ ਦੇ ਲਈ, ਵੱਡੀਆਂ ਅਪਡੇਟਸ ਦੇ ਨਾਲ ਤੁਸੀਂ ਰੋਜ਼ਾਨਾ ਸਪੋਕਸਮੈਨ ਦੇ ਨਾਲ ਜੁੜੇ ਰਹੋ। ਮੈਨੂੰ ਤਾਂ ਉਹ ਇਜਾਜ਼ਤ, ਰੱਬ ਖੈਰ ਕਰੇ।